Good morning, students. Now we will discuss the third part of 14th chapter. ठीक है, जब थर्ड टॉपिक ये डिस्कस करना ਇਹਦੇ ਵਿੱਚ ਪੜ੍ਹਨਾ ਕਿ ਸਟਰਕਚਰ ਔਰ ਕੰਪੋਨੈਂਟਸ ਆਫ ਗਵਰਨਮੈਂਟ ਬਜਟ ਆ ਜਿਹੜਾ ਉਹਦੇ ਕਿਹੜੇ ਕਿਹੜੇ ਸਟਰਕਚਰ ਆ ਤੇ ਉਹਦੇ ਕਿਹੜੇ ਕਿਹੜੇ ਕੰਪੋਨੈਂਟਸ ਆ। ਠੀਕ ਹੈ, ਇਹਨੂੰ ਸਟਰਕਚਰ ਵੀ ਕਿਹਾ ਜਾਂਦਾ ਤੇ ਕੰਪੋਨੈਂਟਸ ਵੀ ਕਿਹਾ ਜਾਂਦਾ। ਹੁਣ ਦੇਖੋ ਜਿਹੜਾ ਸਰਕਾਰੀ ਬਜਟ ਆ ਉਹਦੇ ਕਿਹੜੇ ਕਿਹੜੇ ਢਾਂਚੇ ਆ, ਉਹਦੇ ਕਿਹੜੇ ਕਿਹੜੇ ਹਿੱਸੇ ਆ, ਉਹਦੇ ਬਾਰੇ ਆਪਾਂ ਪੜਾਂਗੇ। ਠੀਕ ਹੈ, ਦੇਖੋ ਜਿਹੜੇ ਸਰਕਾਰੀ ਬਜਟ ਆ ਉਹਦੇ ਬਹੁਤ ਸਾਰੇ ਪਾਰਟਸ ਆ। ਠੀਕ ਹੈ, ਉਹਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹਨੂੰ ਵੰਡਿਆ ਗਿਆ। ਆਪਾਂ ਮੇਨਲੀ ਦੋ ਹਿੱਸੇ ਤਾਂ ਪੜ੍ਹ ਲਏ ਆ। ਠੀਕ ਹੈ, ਇਹਦੇ ਵਿੱਚ ਆਪਾਂ ਨੂੰ ਪਤਾ ਵੀ ਖਰਚ ਹੋਊਗਾ ਤੇ ਦੂਜੇ ਪਾਸੇ ਕੀ ਹੋਊਗੀ। ਇੱਕ ਪਾਸੇ ਤਾਂ ਕੀ ਆ ਆਪਣੀ ਰੈਵਨਿਊ ਹੋਊਗੀ ਤੇ ਦੂਜੇ ਪਾਸੇ ਕੀ ਆ ਐਕਸਪੈਂਡੀਚਰ ਹੋਊਗਾ। ਠੀਕ ਹੈ, ਹੁਣ ਆਪਾਂ ਅੱਗੇ ਇਹਦਾ ਬਰੀਫਲੀ ਡਿਸਕਸ ਕਰਨਾ ਵੀ ਅਸਲ ਦੇ ਵਿੱਚ ਇਹਦੇ ਕਿੰਨੇ ਪਾਰਟਸ ਨੇ ਤੇ ਇਹਦਾ ਢਾਂਚਾ ਕਿਵੇਂ ਵੰਡਿਆ ਹੋਇਆ। ਦੇਖੋ ਬਜਟ ਕੈਨ ਬੀ ਬ੍ਰੌਡਲੀ ਕਲਾਸੀਫਾਈਡ ਇਨਟੂ ਟੂ ਪਾਰਟਸ। ਇਨ ਦੋ ਪਾਰਟਸ ਦੇ ਵਿੱਚ ਬ੍ਰੌਡਲੀ ਕੀ ਆ ਕਲਾਸੀਫਾਈਡ ਕੀਤਾ ਜਾਂਦਾ, ਵੰਡਿਆ ਜਾਂਦਾ। ਫਸਟ ਕੀ ਆ ਰੈਵਨਿਊ ਬਜਟ ਤੇ ਸੈਕਿੰਡ ਕੀ ਆ ਕੈਪੀਟਲ ਬਜਟ, ਜਿਹਨੂੰ ਕਿ ਆਮਦਨਗਤ ਬਜਟ ਤੇ ਪੂੰਜੀਗਤ ਬਜਟ ਕਿਹਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਰੈਵਨਿਊ ਬਜਟ ਕੀ ਆ। ਦੇਖੋ all the revenue receipts and revenue expenditures are included in the revenue budget। ਠੀਕ ਹੈ, ਰੈਵਨਿਊ ਬਜਟ ਦੇ ਵਿੱਚ ਕੀ ਕੀ ਹੁੰਦਾ ਧਿਆਨ ਨਾਲ ਦੇਖੋ। ਸਾਰੇ ਤਰ੍ਹਾਂ ਦੇ ਕਹਿੰਦੇ ਆਮਦਨ ਜਿੱਥੋਂ ਪ੍ਰਾਪਤ ਹੁੰਦੀ ਆ। ਠੀਕ ਹੈ, ਰਿਸਿਪਟ ਮਤਲਬ ਪ੍ਰਾਪਤੀਆਂ ਤੇ ਸਾਰੇ ਤਰ੍ਹਾਂ ਦੀਆਂ ਆਮਦਨ ਦੇ ਐਕਸਪੈਂਡੀਚਰ। ਠੀਕ ਹੈ, ਜਿਹੜੇ ਕਰੰਟ ਹੁੰਦੇ ਆ, ਠੀਕ ਹੈ, ਚਾਲੂ ਸਮੇਂ ਦੇ ਵਿੱਚ ਹੁੰਦੇ ਆ, ਉਹਨੂੰ ਕੀ ਹੈ ਇਨਕਲੂਡ ਕੀਤਾ ਜਾਂਦਾ ਰੈਵਨਿਊ ਬਜਟ ਦੇ ਵਿੱਚ। ਇਸ ਤੋਂ ਅੱਗੇ ਦੇਖੋ ਕੈਪੀਟਲ ਬਜਟ ਕੀ ਹੁੰਦਾ। ਕਹਿੰਦੇ ਆਲ ਦਾ ਕੈਪੀਟਲ ਰਿਸਿਪਟ ਐਂਡ ਦਾ ਕੈਪੀਟਲ ਐਕਸਪੈਂਡੀਚਰ ਆਰ ਇਨਕਲੂਡਡ ਇਨ ਦਾ ਕੈਪੀਟਲ ਬਜਟ। ਦੇਖੋ ਇਹਦੇ ਵਿੱਚ ਕੀ ਆ ਕਹਿੰਦੇ ਜਿਹੜੇ ਕੈਪੀਟਲ ਸਾਰੀ ਪੂੰਜੀਗਤ ਰਿਸਿਪਟ ਪ੍ਰਾਪਤੀਆਂ ਹੁੰਦੀਆਂ ਅਤੇ ਸਾਰੇ ਜਿਹੜੇ ਪੂੰਜੀਗਤ ਖਰਚੇ ਹੁੰਦੇ ਆ ਉਹਨਾਂ ਨੂੰ ਕੀ ਹੈ ਕੈਪੀਟਲ ਬਜਟ ਦੇ ਵਿੱਚ ਰੱਖਿਆ ਜਾਂਦਾ। ਹੁਣ ਨੇਮ ਤੋਂ ਹੀ ਕਲੀਅਰ ਹੈ, ਤੁਸੀਂ ਕਿੱਦਾਂ ਯਾਦ ਰੱਖਣਾ ਵੀ ਰੈਵਨਿਊ ਦੇ ਵਿੱਚ ਕਰੰਟ ਕਿਹੜੇ ਆ ਰਿਸਿਪਟ ਤੇ ਰੈਵਨਿਊ ਰਿਸਿਪਟ ਤੇ ਰੈਵਨਿਊ ਐਕਸਪੈਂਡੀਚਰ ਹੁੰਦੇ ਆ ਤੇ ਇਹਦੇ ਵਿੱਚ ਕੀ ਹੈ ਕੈਪੀਟਲ ਰਿਸਿਪਟ ਤੇ ਕੈਪੀਟਲ ਐਕਸਪੈਂਡੀਚਰ ਹੁੰਦੇ ਆ। ਇਸ ਤੋਂ ਅੱਗੇ ਦੇਖੋ ਕਹਿੰਦੇ ਦਸ ਦਾ ਟੂ ਬ੍ਰੌਡ ਕੰਪੋਨੈਂਟਸ ਆਫ ਬਜਟ ਆਰ। ਠੀਕ ਹੈ, ਹੁਣ ਆਪਾਂ ਦੇਖੋ ਆ ਪੜ੍ਹਨ ਤੋਂ ਬਾਅਦ ਆਪਾਂ ਨੂੰ ਪਤਾ ਲੱਗਿਆ ਵੀ ਇਹਦੇ ਦੋ ਪਾਰਟ ਕਿਹੜੇ ਕਿਹੜੇ ਆ, ਇੱਕ ਬਜਟ ਰਿਸਿਪਟ ਤੇ ਇੱਕ ਬਜਟ ਐਕਸਪੈਂਡੀਚਰ। ਮਤਲਬ ਇੱਕ ਪਾਸੇ ਸਾਰੀਆਂ ਪ੍ਰਾਪਤੀਆਂ ਨੂੰ ਰੱਖਿਆ ਜਾਂਦਾ ਤੇ ਦੂਜੇ ਪਾਸੇ ਕੀ ਆ ਸਾਰੇ ਬਜਟ ਦੇ ਖਰਚਿਆਂ ਨੂੰ ਰੱਖਿਆ ਜਾਂਦਾ। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਕੀ ਆ ਇਦੋਂ ਅੱਗੇ ਕੀ ਆ ਇਹਦੇ ਵਿੱਚ ਬਜਟ ਰਿਸਿਪਟ ਦੇ ਵਿੱਚ ਪ੍ਰਾਪਤੀਆਂ ਵਿੱਚ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਰੱਖੀਆਂ ਜਾਂਦੀਆਂ। ਇਹਦੇ ਵਿੱਚ ਕੀ ਆ ਜਿਹੜੇ ਰੈਵਨਿਊ ਹੁੰਦੀ ਹੈ। ਠੀਕ ਹੈ, ਰੈਵਨਿਊ ਰਿਸਿਪਟ ਐਂਡ ਕੈਪੀਟਲ ਰਿਸਿਪਟ। ਇਹਦੇ ਦੇਖੋ ਹੁਣ ਬਜਟ ਰਿਸਿਪਟ ਹੈ ਨਾ, ਇਹਦੇ ਵਿੱਚ ਕੀ ਹੋਊਗਾ ਰੈਵਨਿਊ ਰਿਸਿਪਟ ਵੀ ਹੋਣਗੀਆਂ ਤੇ ਕੈਪੀਟਲ ਰਿਸਿਪਟ ਵੀ ਹੋਣਗੀਆਂ। ਤੁਸੀਂ ਇਹ ਯਾਦ ਰੱਖਣਾ ਵੀ ਇਹਦੇ ਵਿੱਚ ਦੋਨੇ ਤਰ੍ਹਾਂ ਦੀਆਂ ਰਿਸਿਪਟ ਆ, ਕੈਪੀਟਲ ਵੀ ਐਂਡ ਰੈਵਨਿਊ ਵੀ। ਇਸ ਤੋਂ ਅੱਗੇ ਦੇਖੋ ਖਰਚਾ ਇੱਧਰ ਬਜਟ ਐਕਸਪੈਂਡੀਚਰ ਦੇ ਵਿੱਚ ਕੀ ਹੋਊਗਾ ਕਲੀਅਰ ਆ ਰੈਵਨਿਊ ਐਕਸਪੈਂਡੀਚਰ ਐਂਡ ਕੈਪੀਟਲ ਐਕਸਪੈਂਡੀਚਰ। ਇਹਦੇ ਵਿੱਚ ਦੋਨੇ ਤਰ੍ਹਾਂ ਦੇ ਖਰਚ ਆ ਜਾਣਗੇ। ਹੁਣ ਦੇਖੋ ਰਿਸਿਪਟ ਵਿੱਚ ਦੋਹਾਂ ਤਰ੍ਹਾਂ ਦੀਆਂ ਰਿਸਿਪਟ। ਠੀਕ ਹੈ, ਰੈਵਨਿਊ ਤੇ ਕੈਪੀਟਲ ਵੀ ਤੇ ਬਜਟ ਐਕਸਪੈਂਡੀਚਰ ਦੇ ਵਿੱਚ ਦੋਹਾਂ ਤਰ੍ਹਾਂ ਦੇ ਕੀ ਹੈ ਐਕਸਪੈਂਡੀਚਰ, ਭਾਵੇਂ ਉਹ ਰੈਵਨਿਊ ਹੋਣ ਚਾਹੇ ਉਹ ਕੈਪੀਟਲ ਹੋਣ। ਕਲੀਅਰ। ਇਸ ਤੋਂ ਅੱਗੇ ਆਪਾਂ ਡਿਸਕਸ ਕਰਨਾ ਕਿ ਬਜਟ ਰਿਸਿਪਟਸ ਕੀ ਹੁੰਦੀਆਂ। ਠੀਕ ਹੈ, ਜੋ ਆਹ ਮੇਨ ਪਾਰਟ ਸੀਗਾ ਬਜਟ ਦੇ ਵਿੱਚ ਜੋ ਪ੍ਰਾਪਤੀਆਂ ਹੁੰਦੀਆਂ। ਠੀਕ ਹੈ, ਉਹ ਕੀ ਹੁੰਦੀਆਂ ਦੇਖੋ budget receipts refers to the estimated money which the government can receive from all the resources ਜਾਂ sources during a ਫਾਈਨੈਂਸ਼ੀਅਲ ਈਅਰ। ਤੁਹਾਨੂੰ ਪਤਾ ਇੱਥੇ ਇੱਕ ਸਾਲ ਦੀ ਗੱਲ ਕਰਾਂਗੇ, ਜਦੋਂ ਬਜਟ ਦੀ ਗੱਲ ਆਊਗੀ ਉੱਥੇ ਇੱਕ ਸਾਲ ਦੀ ਗੱਲ ਆ ਫਾਈਨੈਂਸ਼ੀਅਲ ਈਅਰ ਦੀ ਗੱਲ ਜ਼ਰੂਰ ਆਊਗੀ। ਠੀਕ ਹੈ, ਇਹਦੇ ਵਿੱਚ ਕਹਿੰਦੇ ਜਿਹੜੀ ਗੌਰਮੈਂਟ ਨੂੰ ਇੱਕ ਸਾਲ ਦੇ ਵਿੱਚ ਜਿੰਨੇ ਵੀ ਜਿਹੜੇ ਸੋਰਸਿਸ ਆ ਉਹਦੇ ਸਾਧਨ ਆ। ਠੀਕ ਹੈ, ਜਿੰਨੇ ਵੀ ਤਰੀਕਿਆਂ ਦੇ ਨਾਲ ਉਹ ਆਮਦਨ ਨੂੰ ਕੀ ਆ ਪ੍ਰਾਪਤ ਕਰਦੀ ਆ, ਮਨੀ ਨੂੰ ਕੀ ਕਰਦੀ ਆ ਇਕੱਠੀ ਕਰਦੀ ਆ। ਠੀਕ ਹੈ, ਰਿਸੀਵ ਕਰਦੀ ਆ, ਉਹਨੂੰ ਮਿਲਦੀ ਆ ਕਿਹਨੂੰ ਗੌਰਮੈਂਟ ਨੂੰ। ਉਹਨੂੰ ਜੋ ਵੀ ਪ੍ਰਾਪਤੀਆਂ ਹੁੰਦੀਆਂ ਗੌਰਮੈਂਟ ਨੂੰ, ਠੀਕ ਹੈ, ਮਨੀ ਪ੍ਰਾਪਤ ਹੁੰਦੀ ਆ, ਉਹਨੂੰ ਕੀ ਕਿਹਾ ਜਾਂਦਾ ਬਜਟ ਰਿਸਿਪਟ ਕਿਹਾ ਜਾਂਦਾ। ਦੇਖੋ ਹੁਣ ਇਹਦੇ ਵੀ ਟੂ ਪਾਰਟਸ ਨੇ ਕਿਹੜੇ ਕਿਹੜੇ ਰੈਵਨਿਊ ਰਿਸਿਪਟ ਐਂਡ ਕੈਪੀਟਲ ਰਿਸਿਪਟ। ਦੇਖੋ ਆਮਦਨਗਤ ਪ੍ਰਾਪਤੀਆਂ ਅਤੇ ਪੂੰਜੀਗਤ ਪ੍ਰਾਪਤੀਆਂ। ਓਕੇ, ਅੱਗੇ ਆਪਾਂ ਇਹਦਾ ਫਸਟ ਪਾਰਟ ਆ ਜਿਹੜਾ ਡਿਸਕਸ ਕਰਾਂਗੇ ਕਿ ਰੈਵਨਿਊ ਰਿਸਿਪਟ ਕੀ ਹੁੰਦੀਆਂ, ਆਮਦਨਗਤ ਪ੍ਰਾਪਤੀਆਂ ਕੀ ਹੁੰਦੀਆਂ। ਇਸ ਤੋਂ ਅੱਗੇ ਦੇਖੋ ਰੈਵਨਿਊ ਰਿਸਿਪਟ ਕੀ ਹੁੰਦੀ ਆ, ਆਮਦਨਗਤ ਪ੍ਰਾਪਤੀਆਂ ਕੀ ਹੁੰਦੀਆਂ। ਆਲ ਦਾ ਮਨੀ ਰਿਸਿਪਟਸ ਆਫ ਦਾ ਗਵਰਨਮੈਂਟ ਵਿਚ ਡੂ ਨਾਟ ਕ੍ਰੀਏਟ ਐਨੀ ਲਾਇਬਿਲਿਟੀ ਔਰ ਡੂ ਨਾਟ ਰਿਡਿਊਸ ਦਾ ਐਸੈਟਸ ਆਫ ਦਾ ਗਵਰਨਮੈਂਟ ਆਰ ਕਾਲਡ ਦਾ ਰੈਵਨਿਊ ਰਿਸਿਪਟ।
ठीक है। ਕਹਿੰਦੇ ਉਹ ਸਾਰੀ ਮਨੀ ਰਿਸਿਪਟ ਉਹ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਮਨੀ ਦੇ ਰੂਪ ਵਿੱਚ ਆਉਂਦੀਆਂ ਕਿਹਨੂੰ ਗਵਰਨਮੈਂਟ ਨੂੰ ਜਿਹਦੇ ਨਾਲ ਨਾ ਤਾਂ ਉਹਨੂੰ ਉਹਦੀ ਕੋਈ ਲੈਣਦਾਰੀ ਬਣਦੀ ਆ ਮਤਲਬ ਦੇਖੋ ਡੂ ਨਾਟ ਕ੍ਰੀਏਟ ਐਨੀ ਲਾਇਬਿਲਿਟੀ ਮਤਲਬ ਕਿਸੇ ਨੂੰ ਕੀ ਆ ਦੇਣਾ ਨਹੀਂ ਕੁਛ ਵੀ ਕੋਈ ਦੇਣਦਾਰੀ ਨਹੀਂ ਬਣਦੀ ਉਹਦੀ ਠੀਕ ਹੈ। ਦੇਖੋ ਦੇਣਦਾਰੀ ਦਾ ਮਤਲਬ ਜਾਂ ਲਾਇਬਿਲਿਟੀ ਦਾ ਮਤਲਬ ਤੁਹਾਨੂੰ ਪਤਾ ਵੀ ਉਹਦੇ ਬਦਲੇ ਦੇ ਵਿੱਚ ਕੁਛ ਦਿੱਤਾ ਨਹੀਂ ਜਾਂਦਾ ਠੀਕ ਹੈ। ਡੂ ਨਾਟ ਰਿਡਿਊਸ ਹੁੰਦਾ ਘੱਟ ਕਰਨਾ ਠੀਕ ਹੈ। ਦਾ ਐਸੈਟਸ ਆਫ ਗਵਰਨਮੈਂਟ ਮਤਲਬ ਜਿਹੜੀ ਗਵਰਨਮੈਂਟ ਦੀ ਪੂੰਜੀ ਆ ਠੀਕ ਹੈ ਉਹਦੇ ਕੋਲ ਸੰਪਤੀ ਆ ਉਹ ਵੀ ਘੱਟ ਨਹੀਂ ਹੁੰਦੀ ਠੀਕ ਹੈ। ਉਹਨਾਂ ਨੂੰ ਕੀ ਕਿਹਾ ਜਾਂਦਾ ਰੈਵਨਿਊ ਰਿਸਿਪਟ ਕਿਹਾ ਜਾਂਦਾ। ਹੁਣ ਦੇਖੋ ਕਹਿੰਦੇ ਜਿਹੜੀ ਮਨੀ ਦੇ ਨਾਲ ਗਵਰਨਮੈਂਟ ਨੂੰ ਸਿਰਫ ਪ੍ਰਾਪਤ ਹੁੰਦੀ ਆ ਉਹਦੇ ਬਦਲੇ ਵਿੱਚ ਉਹਨੇ ਕੁਛ ਮੋੜਨਾ ਨਹੀਂ ਹੁੰਦਾ ਗਵਰਨਮੈਂਟ ਨੇ ਠੀਕ ਹੈ। ਉਹਦੀ ਕੀ ਆ ਕੋਈ ਵੀ ਲਾਇਬਿਲਿਟੀ ਨਹੀਂ ਹੁੰਦੀ ਤੇ ਨਾ ਹੀ ਉਹਦੇ ਨਾਲ ਉਹਦੀ ਜਿਹੜੀ ਐਸੈਟਸ ਆ ਉਹਦੇ ਜਿਹੜੇ ਸੰਪਤੀ ਆ ਠੀਕ ਹੈ ਉਹਦੀ ਪੂੰਜੀ ਆ ਉਹਦੇ ਵਿੱਚ ਵੀ ਕਮੀ ਨਹੀਂ ਆਉਂਦੀ ਉਹ ਸਿਰਫ ਕੀ ਆ ਆਮਦਨ ਪ੍ਰਾਪਤ ਹੁੰਦੀ ਆ ਗਵਰਨਮੈਂਟ ਨੂੰ। ਦੇਖੋ ਸਰਕਾਰ ਦੀਆਂ ਉਹ ਸਾਰੀਆਂ ਧਨ ਪ੍ਰਾਪਤੀਆਂ ਮਤਲਬ ਮਨੀ ਜਿੱਥੋਂ ਆਉਂਦੀਆਂ ਉਹਨੂੰ ਜਿਹੜੀਆਂ ਕੋਈ ਦੇਣਦਾਰੀ ਉਤਪੰਨ ਨਹੀਂ ਕਰਦੀਆਂ ਉਹਦੇ ਬਦਲੇ ਵਿੱਚ ਸਰਕਾਰ ਨੂੰ ਕੁਝ ਵੀ ਨਹੀਂ ਦੇਣਾ ਪੈਂਦਾ ਜਾਂ ਸਰਕਾਰੀ ਸੰਪਤੀਆਂ ਨੂੰ ਘੱਟ ਨਹੀਂ ਕਰਦੀਆਂ ਤੇ ਸਰਕਾਰ ਦੀਆਂ ਸੰਪਤੀਆਂ ਵੀ ਆ ਜਿਹੜੀ ਉਹਨਾਂ ਕੋਲ ਪੂੰਜੀ ਆ ਠੀਕ ਹੈ ਉਹ ਵੀ ਘੱਟ ਨਹੀਂ ਹੁੰਦੀ ਉਹਨੂੰ ਕੀ ਆ ਆਮਦਨਗਤ ਪ੍ਰਾਪਤੀਆਂ ਕਿਹਾ ਜਾਂਦਾ। ਦੇਖੋ ਐਗਜ਼ਾਮਪਲ ਦੇਖੋ ਹੁਣ ਕਿੱਥੋਂ ਕਲੀਅਰ ਹੋਊਗਾ ਵੀ ਕਿਹੜੀ ਕੀ ਆ ਕਿਹਨੂੰ ਕਿਹਦੇ ਵਿੱਚ ਰੱਖਿਆ ਜਾਂਦਾ ਰੈਵਨਿਊ ਰਿਸਿਪਟ ਵਿੱਚ ਰੱਖਿਆ ਜਾਂਦਾ। ਦੇਖੋ ਟੈਕਸ ਰਿਸਿਪਟ ਇਜ਼ ਅ ਰੈਵਨਿਊ ਰਿਸਿਪਟ ਦੇਖੋ ਜਿਹੜੇ ਲੋਕਾਂ ਦੇ ਟੈਕਸ ਲਗਾਏ ਜਾਂਦੇ ਆ ਠੀਕ ਹੈ ਧਿਆਨ ਦੇਣਾ ਜਿਹੜੇ ਲੋਕਾਂ ਦੇ ਕਰ ਲਗਾਏ ਜਾਂਦੇ ਆ ਠੀਕ ਹੈ ਹਰੇਕ ਚੀਜ਼ ਤੇ ਆਪਾਂ ਕਰ ਦਿੰਦੇ ਆ ਨਾ ਠੀਕ ਹੈ ਜਿਵੇਂ ਇਨਕਮ ਟੈਕਸ ਹੋ ਗਿਆ ਠੀਕ ਹੈ ਕੋਈ ਵੀ ਆਪਣੇ ਕੋਲ ਸੰਪਤੀ ਉਹਦੇ ਤੇ ਟੈਕਸ ਹੋ ਗਿਆ ਠੀਕ ਹੈ ਉਹ ਕੀ ਆ ਇੱਕ ਤਰ੍ਹਾਂ ਦੀ ਕੀ ਆ ਰੈਵਨਿਊ ਰਿਸਿਪਟ ਆ ਕਿਉਂਕਿ ਬਿਕੋਜ਼ when government receives some money by the way of taxation it does not create any liability of government ਠੀਕ ਹੈ। ਜਦੋਂ ਸਰਕਾਰ ਆਪਣੇ ਤੇ ਟੈਕਸ ਲਾਉਂਦੀ ਆ ਹੁਣ ਆਪਾਂ ਭਰਨਾ ਹੁੰਦਾ ਟੈਕਸ ਉਹਦੇ ਬਦਲੇ ਸਰਕਾਰ ਆਪਾਂ ਨੂੰ ਕੁਛ ਦਿੰਦੀ ਆ ਨਹੀਂ ਦਿੰਦੀ ਮਤਲਬ ਉਹਦੀ ਕੋਈ ਲਾਇਬਿਲਿਟੀ ਨਹੀਂ ਹੁੰਦੀ ਉਹ ਸਿਰਫ ਸਰਕਾਰ ਨੂੰ ਕੀ ਆ ਮਨੀ ਪ੍ਰਾਪਤ ਹੀ ਹੁੰਦੀ ਆ ਉਹ ਰਿਸੀਵ ਕਰਦੀ ਆ ਆਪਾਂ ਨੂੰ ਮੋੜ ਕੇ ਵਾਪਸ ਨਹੀਂ ਦਿੰਦੀ। ਇਸੇ ਤਰ੍ਹਾਂ ਆਪਾਂ ਕਹਿ ਸਕਦੇ ਆ ਵੀ ਜਿੰਨੇ ਵੀ ਨੌਨ ਟੈਕਸ ਰਿਸਿਪਟ ਆ ਲਾਈਕ ਜਿਵੇਂ ਫੀਸ ਭਰਦੇ ਆ ਕੋਈ ਵੀ ਸਰਕਾਰ ਦੀ ਠੀਕ ਹੈ ਆਪਾਂ ਐਗਜ਼ਾਮ ਵਗੈਰਾ ਦੇਣੇ ਉਹਦੇ ਲਈ ਫੀਸ ਜਾਂਦੀ ਆ ਠੀਕ ਹੈ ਉਹ ਸਰਕਾਰ ਆਪਾਂ ਨੂੰ ਵਾਪਸ ਨਹੀਂ ਮੋੜਦੀ ਜਾਂ ਫਿਰ ਸਰਕਾਰ ਆਪਣੇ ਕਈ ਤਰ੍ਹਾਂ ਦੇ ਫਾਈਨ ਲਗਾ ਦਿੰਦੀ ਆ ਠੀਕ ਹੈ ਜੁਰਮਾਨੇ ਵਗੈਰਾ ਲਗਾਉਂਦੀ ਆ ਉਹ ਆਪਾਂ ਹੀ ਭਰਨੇ ਹੁੰਦੇ ਆ ਸਰਕਾਰ ਨੇ ਨਹੀਂ ਠੀਕ ਹੈ। ਸਰਕਾਰ ਨੇ ਆਪਾਂ ਨੂੰ ਵਾਪਸ ਕੁਛ ਨਹੀਂ ਦੇਣਾ ਹੁੰਦਾ। ਪੈਨਲਟੀਜ਼ ਕੀ ਹੁੰਦਾ ਕਿਸੇ ਵੀ ਤਰ੍ਹਾਂ ਦੀਆਂ ਜਿਹੜੀ ਆਪਾਂ ਨੂੰ ਜੁਰਮਾਨੇ ਆ ਇਹ ਵੀ ਠੀਕ ਹੈ ਲਗਾਏ ਜਾਂਦੇ ਆ। ਪਰਮਿਟ ਵਗੈਰਾ ਜਦੋਂ ਲੈਂਦੇ ਆ ਉਦੋਂ ਵੀ ਫੀਸ ਪੇ ਕਰਨੀ ਪੈਂਦੀ ਹੈ। ਇਸ ਤੋਂ ਬਿਨਾਂ ਲਾਇਸੈਂਸ ਬਣਾਉਣੇ ਆ ਜਦੋਂ ਆਪਾਂ ਕਿਸੇ ਵੀ ਚੀਜ਼ ਦਾ ਸਰਕਾਰ ਨੂੰ ਆਪਾਂ ਪੈਸੇ ਦਿੰਦੇ ਆ ਗਿਫਟ ਐਂਡ ਗ੍ਰਾਂਟਸ। ਇਸ ਤੋਂ ਬਿਨਾਂ ਕੀ ਆ ਜਿਹੜੀਆਂ ਮਤਲਬ ਗ੍ਰਾਂਟਾਂ ਵਗੈਰਾ ਠੀਕ ਹੈ ਉਹ ਸਰਕਾਰ ਨੂੰ ਆਉਂਦੀਆਂ ਠੀਕ ਹੈ ਉਹ ਕੀ ਆ ਉਹਦੇ ਬਦਲੇ ਵੀ ਸਰਕਾਰ ਕਿਸੇ ਨੂੰ ਕੁਛ ਵੀ ਪੇ ਨਹੀਂ ਕਰਦੀ ਉਹ ਸਿਰਫ ਉਹਨੂੰ ਕੀ ਆ ਰਿਸੀਵ ਹੁੰਦੀਆਂ ਪ੍ਰਾਪਤ ਹੁੰਦੀਆਂ ਇਹਨੂੰ ਹੀ ਕੀ ਕਿਹਾ ਜਾਂਦਾ ਰੈਵਨਿਊ ਰਿਸਿਪਟ ਕਿਹਾ ਜਾਂਦਾ ਮਤਲਬ ਉਹਨਾਂ ਦੀ ਕੋਈ ਵੀ ਦੇਣਦਾਰੀ ਨਹੀਂ ਬਣਦੀ। ਸੋ ਆਪਾਂ ਕਹਿ ਸਕਦੇ ਹਾਂ ਵੀ ਅੱਗੇ ਕੀ ਆ ਜਿਹੜੀ ਰੈਵਨਿਊ ਰਿਸਿਪਟ ਆ ਦੋ ਪਾਰਟਸ ਵਿੱਚ ਡਿਵਾਈਡ ਕੀਤਾ ਜਾਂਦਾ ਇਹਨੂੰ ਟੈਕਸ ਰਿਸਿਪਟ ਐਂਡ ਦਾ ਨॉन ਟੈਕਸ ਰਿਸਿਪਟ ਕਰ ਪ੍ਰਾਪਤੀਆਂ ਅਤੇ ਗੈਰ ਕਰ ਪ੍ਰਾਪਤੀਆਂ ਠੀਕ ਹੈ। ਦੇਖੋ ਆਪਾਂ ਸਟਰਕਚਰ ਆਫ ਬਜਟ ਪੜ੍ਹ ਰਹੇ ਹਾਂ ਠੀਕ ਹੈ ਗਵਰਨਮੈਂਟ ਬਜਟ ਆ ਉਹਨੂੰ ਪਹਿਲਾਂ ਕੀ ਆ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਬਜਟ ਰਿਸਿਪਟ ਐਂਡ ਬਜਟ ਐਕਸਪੈਂਡੀਚਰ ਇਹ ਆਪਾਂ ਪੜ੍ਹ ਲਿਆ ਠੀਕ ਹੈ। ਹੁਣ ਦੇਖੋ ਬਜਟ ਰਿਸਿਪਟ ਨੂੰ ਅੱਗੇ ਜਾ ਕੇ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਰੈਵਨਿਊ ਰਿਸਿਪਟ ਤੇ ਕੈਪੀਟਲ ਰਿਸਿਪਟ ਠੀਕ ਹੈ ਕਲੀਅਰ। ਅੱਜ ਆਪਾਂ ਰੈਵਨਿਊ ਰਿਸਿਪਟ ਹੁਣੇ ਪੜ੍ਹ ਕੇ ਹਟੇ ਹਾਂ ਠੀਕ ਹੈ ਅੱਗੇ ਇਹਨੂੰ ਦੋ ਪਾਰਟਸ ਵਿੱਚ ਡਿਵਾਈਡ ਕੀਤਾ ਜਾਂਦਾ ਜੋ ਕਿ ਕੀ ਆ ਟੈਕਸ ਰਿਸਿਪਟ ਐਂਡ ਨॉन ਟੈਕਸ ਰਿਸਿਪਟ ਠੀਕ ਹੈ। ਇਹਦੀ ਡੈਫੀਨੇਸ਼ਨਸ ਆਪਾਂ ਕੱਲ ਡਿਸਕਸ ਕਰਾਂਗੇ ਤੇ ਅੱਜ ਆਪਾਂ ਇੱਥੋਂ ਤੱਕ ਕਰ ਲਿਆ ਓਕੇ ਥੈਂਕ ਯੂ ਸਟੂਡੈਂਟਸ।